Hanji, hello students. Beta today I am present with a new topic or your next chapter, that is refraction of light. Beta in the earlier lectures we have studied about the image formation by convex mirror, concave mirror, sign conventions for the spherical mirrors and numericals also for both concave and convex mirrors. So beta today in this lecture beta we will discuss about the refraction of light. But in this lecture we will cover different topic like refraction, laws of refraction, refractive index, absolute refractive index, like beta number of articles we will cover in this lecture. So firstly beta I will definition of refraction. So firstly beta what do you mean by refraction? The change in a direction of light when it passes from one medium to another obliquely is called the refraction of light. ਬੇਟਾ ਜਿੱਥੇ ਵਰਡ ਰੀਫਰੈਕਸ਼ਨ ਆ ਗਿਆ ਨਾ ਤਾਂ ਤੁਸੀਂ ਯਾਦ ਰੱਖਣਾ ਬੇਟੇ ਉਹ ਕੀ ਹੈ, ਚੇਂਜ ਇਨ ਡਾਇਰੈਕਸ਼ਨ ਹੈ। ਕਿਸ ਦੀ ਡਾਇਰੈਕਸ਼ਨ ਚੇਂਜ ਕਰ ਰਹੇ ਬੇਟੇ? ਲਾਈਟ ਦੀ ਕਰ ਰਹੇ। ਕਦੋਂ ਕਰ ਰਹੇ? ਜਦੋਂ ਉਹ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਦੇ ਵਿੱਚ ਬੇਟੇ ਐਂਟਰ ਕਰੂਗਾ, ਔਰ ਕਰੂਗਾ ਕਿਵੇਂ? ਓਬਲੀਕਲੀ। ਤਾਂ ਬੇਟਾ ਇੱਥੇ ਜੋ ਵਰਡ ਓਬਲੀਕਲੀ ਹੈ ਇਸ ਨੂੰ ਲਿਖਣਾ ਬੇਟਾ ਮਸਟ ਹੈ ਇਨ ਦ ਡੈਫੀਨੇਸ਼ਨ ਆਫ ਰੀਫਰੈਕਸ਼ਨ। ਤਾਂ ਬੇਟੇ ਓਬਲੀਕਲੀ ਦਾ ਕੀ ਮਤਲਬ ਹੁੰਦਾ ਹੈ ਬੇਟਾ? ਕਿਸੇ ਵੀ ਐਂਗਲ ਦੇ ਉੱਤੇ, ਐਟ ਐਨੀ ਸਮ ਐਂਗਲ, ਕਿਸੇ ਵੀ ਐਂਗਲ ਦੇ ਉੱਤੇ ਬੇਟਾ ਜਦੋਂ ਕੋਈ ਰੇ ਆਫ ਲਾਈਟ ਬੇਟੇ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਦੇ ਵਿੱਚ ਐਂਟਰ ਕਰਦੀ ਹੈ ਬੇਟੇ, ਐਟ ਦੈਟ ਟਾਈਮ ਜੋ ਲਾਈਟ ਦੀ ਡਾਇਰੈਕਸ਼ਨ ਹੈ ਬੇਟੇ ਉਹ ਚੇਂਜ ਹੋ ਜਾਂਦੀ ਹੈ। ਉਸ ਨੂੰ ਆਪਾਂ ਕੀ ਬੋਲਦੇ ਹਾਂ ਬੇਟੇ? ਰੀਫਰੈਕਸ਼ਨ। ਤਾਂ ਬੇਟਾ ਯਾਦ ਰੱਖਣਾ ਜਦੋਂ ਵੀ ਰੀਫਰੈਕਸ਼ਨ ਵਰਡ ਆਇਆ ਤਾਂ ਇਟ ਮੀਨਸ ਆਪਣੇ ਮਾਈਂਡ ਦੇ ਵਿੱਚ ਨਾਲ ਦੇ ਨਾਲ ਕੀ ਆਉਣਾ ਚਾਹੀਦਾ ਰਾਜੇ ਕਿ ਕੀ ਹੋਊਗਾ? ਲਾਈਟ ਦੀ ਡਾਇਰੈਕਸ਼ਨ ਚੇਂਜ ਹੋਊਗੀ। ਕਦੋਂ ਹੋਊਗੀ ਬੇਟੇ? ਜਦੋਂ ਉਹ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਦੇ ਵਿੱਚ ਐਂਟਰ ਕਰੂਗਾ, ਔਰ ਕਰੂਗਾ ਵੀ ਕਿਤੇ ਬੇਟਾ? ਓਬਲੀਕਲੀ, ਮੀਨਸ ਐਟ ਐਨੀ ਐਂਗਲ, ਕਿਸੇ ਵੀ ਐਂਗਲ ਦੇ ਉੱਤੇ ਫਾਲ ਕਰੂਗੀ, ਔਰ ਜਦੋਂ ਹੀ ਉਹ ਐਂਟਰ ਕਰੂਗੀ ਉਹ ਲਾਈਟ ਬੇਟਾ ਦੂਸਰੇ ਮੀਡੀਅਮ ਦੇ ਵਿੱਚ ਤਾਂ ਕੀ ਹੋਗਾ? ਉਸ ਦੀ ਡਾਇਰੈਕਸ਼ਨ ਚੇਂਜ ਹੋ ਜੂਗੀ। ਦਿਸ ਇਜ਼ ਨੋਨ ਐਜ਼ ਅ ਬੇਟਾ ਰੀਫਰੈਕਸ਼ਨ। ਔਰ the bending of light rays from their straight path when they pass obliquely from one medium to another medium is called a refraction of light. beta another way ਕੀ ਹੈ ਇਸ ਨੂੰ ਡਿਫਾਈਨ ਕਰਨ ਦਾ ਕਿ ਬੈਂਡਿੰਗ ਆਫ ਲਾਈਟ ਰੇ ਹੈ। ਕੀ ਹੁੰਦਾ ਬੇਟੇ? ਜਦੋਂ ਡਾਇਰੈਕਸ਼ਨ ਚੇਂਜ ਹੋਊਗੀ ਨਾ ਤਾਂ ਉਦੋਂ ਕੀ ਹੁੰਦਾ ਰਾਜੇ? ਬੈਂਡਿੰਗ ਹੁੰਦੀ ਹੈ ਲਾਈਟ ਦੀ, ਫਾਰਵਰਡ ਵੀ ਹੋ ਸਕਦੀ ਹੈ, ਬੈਕ ਮਤਲਬ ਬੈਂਡਿੰਗ ਹੋਊਗੀ ਲਾਈਟ ਦੀ। ਠੀਕ ਹੈ ਜੀ, ਉਹ ਅੱਗੇ ਆਪਾਂ ਡਿਸਕਸ ਕਰਾਂਗੇ ਟੂਵਰਡ ਦ ਨਾਰਮਲ, ਅਵੇ ਫਰੋਮ ਦ ਨਾਰਮਲ। ਤਾਂ ਉਦੋਂ ਕੀ ਹੁੰਦਾ ਰਾਜੇ? ਬੈਂਡਿੰਗ ਹੁੰਦੀ ਹੈ ਲਾਈਟ। ਕਦੋਂ ਬੇਟੇ? ਜਦੋਂ ਇੱਕ ਰੇ ਆਫ ਲਾਈਟ ਬੇਟਾ ਓਬਲੀਗਲੀ ਪਾਸ ਕਰੂਗੀ ਫਰੋਮ ਵਨ ਮੀਡੀਅਮ ਟੂ ਅਨਦਰ। ਤਾਂ ਬੇਟੇ ਫੰਡਾ ਸਿੰਪਲ ਕੀ ਹੈ? ਦੋ ਆਪਾਂ ਡੈਫੀਨੇਸ਼ਨਸ ਨੂੰ ਡਿਫਾਈਨ ਕਰ ਲਿਆ ਬੇਟੇ। ਇੱਥੇ ਤੁਹਾਡੀ ਵਿਸ਼ ਹੈ ਰਾਜੇ, ਕੋਈ ਵੀ ਡੈਫੀਨੇਸ਼ਨ ਹੈ ਤੁਸੀਂ ਯੂ ਕੈਨ ਯੂਜ਼। ਸੋ ਫਸਟ ਅਕੋਰਡਿੰਗ ਟੂ change in direction bete, second definition according to bending of light. Concept same hai bete, when a light enter from one medium to another obliquely ਤਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ ਬੇਟਾ? ਰੀਫਰੈਕਸ਼ਨ। ਤਾਂ ਬੇਟੇ ਬਾਈ ਪਿਕਟੋਰੀਅਲ ਰਿਪਰਜੈਂਟੇਸ਼ਨ ਆਈ ਵਿਲ ਰਿਪਰਜੈਂਟ ਹੇਅਰ। ਸੋ ਬੇਟਾ ਦਿਸ ਮੀਡੀਅਮ ਇਜ਼ ਏਅਰ। ਠੀਕ ਹੈ ਜੀ ਬੇਟਾ, ਦਿਸ ਇਜ਼ ਅ ਗਲਾਸ ਸਲੈਬ, ਰੈਕਟੈਂਗਲ ਬਾਕਸ ਬੇਟਾ ਕੀ ਸ਼ੋ ਕਰ ਰਿਹਾ ਬੇਟਾ? ਗਲਾਸ ਸਲੈਬ ਹੈ। ਠੀਕ ਹੈ ਜੀ, ਗਲਾਸ ਸਲੈਬ ਦੇ ਸਰਾਊਂਡਿੰਗ ਕੀ ਹੈ ਬੇਟੇ? ਏਅਰ ਹੈ। ਇਟ ਮੀਨਸ ਆਊਟਸਾਈਡ ਕਿਹੜਾ ਮੀਡੀਅਮ ਬੇਟਾ? ਏਅਰ ਹੈ, ਔਰ ਇਹ ਕੀ ਹੈ ਬੇਟਾ? ਗਲਾਸ ਹੈ। ਤਾਂ ਸਾਡੇ ਕੋਲ ਦੋ ਮੀਡੀਅਮ ਹੋ ਗਏ ਬੇਟੇ। ਵੈਨ ਬੇਟਾ ਰੇ ਆਫ ਲਾਈਟ ਐਂਟਰ ਇਨ ਦ ਏਅਰ, ਆਫਟਰ ਐਂਟਰਿੰਗ ਇਨ ਦ ਏਅਰ ਵੈਨ ਇਟ ਵਿਲ ਮੂਵ ਟੂਵਰਡ ਦ ਅਨਦਰ ਮੀਡੀਅਮ, ਮੀਨਸ ਗਲਾਸ ਦੇ ਵਿੱਚ ਐਂਟਰ ਕਰੂਗੀ ਤਾਂ ਕੀ ਹੋਊਗਾ ਬੇਟੇ? ਬੈਂਡਿੰਗ ਹੋਊਗੀ ਲਾਈਟ ਦੀ, ਔਰ ਵੀ ਕੈਨ ਸੇ ਚੇਂਜ ਇਨ ਡਾਇਰੈਕਸ਼ਨ ਹੋਊਗਾ। ਤਾਂ ਕਿਵੇਂ ਹੋਊਗਾ ਰਾਜੇ? ਬੇਟੇ ਆਪਾਂ ਉਹ ਕੋਈ ਵੀ ਇੰਸੀਡੈਂਟ ਰੇ ਲਈ ਦੇਖੋ ਬੇਟੇ ਕਿਸੇ ਵੀ ਇੱਕ ਐਂਗਲ ਦੇ ਉੱਤੇ ਬੇਟਾ ਇੱਥੇ ਇੱਕ ਨੋਰਮਲ ਡਰਾ ਕਰ ਲੈਂਦੇ ਹਾਂ ਆਪਾਂ, ਜਿਸ ਦੇ ਨਾਲ ਆਪਣੇ ਕੋਲ ਐਂਗਲ ਆਫ ਇੰਸੀਡੈਂਸ ਆਉਂਦਾ ਹੈ। ਤਾਂ ਬੇਟੇ ਐਟ ਐਨੀ ਐਂਗਲ ਆਪਾਂ ਇੱਕ ਰੇ ਆਫ ਲਾਈਟ ਬੇਟਾ ਫਾਲ ਕੀਤੀ ਔਨ ਦਿਸ ਗਲਾਸ ਸਲੈਬ। ਤਾਂ ਹੁਣ ਬੇਟਾ ਪੁਆਇੰਟ ਉਹ ਜਿਹੜਾ ਪੁਆਇੰਟ ਆਫ ਇੰਟਰਸੈਕਸ਼ਨ ਉਹ ਹੈ ਰਾਜੇ, ਇਸ ਪੁਆਇੰਟ 'ਤੇ ਦੇਖੋ ਜੋ ਲਾਈਟ ਹੈ ਇਸ ਮੀਡੀਅਮ ਦੇ ਵਿੱਚ ਐਂਟਰ ਕਰ ਜੂਗੀ, ਗਲਾਸ ਮੀਡੀਅਮ ਦੇ ਵਿੱਚ ਐਂਟਰ ਕਰੂਗੀ ਰਾਜੇ। ਇੱਥੇ ਏਅਰ ਸੀ ਰਾਜੇ, ਹੁਣ ਇੱਥੇ ਜਦੋਂ ਬੇਟੇ ਉਹ ਐਂਟਰ ਕਰੀ ਤਾਂ ਕੀ ਆ ਗਿਆ ਬੇਟੇ? ਅੱਗੇ ਗਲਾਸ ਆ ਗਿਆ, ਤਾਂ ਮੀਡੀਅਮ ਚੇਂਜ ਹੋ ਗਿਆ। ਤਾਂ ਇਟ ਮੀਨਸ ਕੀ ਹੋਊਗਾ ਬੇਟੇ? ਚੇਂਜ ਇਨ ਡਾਇਰੈਕਸ਼ਨ ਹੋਊਗੀ। ਤਾਂ ਤੁਸੀਂ ਦੇਖੋ ਬੇਟੇ ਇਹ ਡਾਇਰੈਕਸ਼ਨ ਜੋ ਸਟ੍ਰੇਟ ਜਾਣੀ ਚਾਹੀਦੀ ਸੀ ਉਹ ਕੀ ਹੋ ਗਈ ਬੇਟੇ? ਇਸ ਡਾਇਰੈਕਸ਼ਨ ਦੇ ਵਿੱਚ ਆ ਗਈ। ਠੀਕ ਹੈ ਜੀ, ਤਾਂ ਇਹ ਕੀ ਸੀ ਬੇਟੇ? ਸਾਡਾ ਨਾਰਮਲ ਸੀਗਾ, ਜੋ ਡਾਟਡ ਲਾਈਨ ਹੈ ਉਹ ਕੀ ਸ਼ੋ ਕਰ ਰਹੀ ਹੈ ਬੇਟੇ? ਨਾਰਮਲ ਨੂੰ ਸ਼ੋ ਕਰ ਰਹੀ ਹੈ। ਤਾਂ ਟੂਵਰਡ ਦ ਨਾਰਮਲ,
ਟੂਵਰਡ ਦ ਨੋਰਮਲ ਵਾਲਾ ਕਨਸੈਪਟ ਬੇਟੇ ਬਾਅਦ ਦੇ ਵਿੱਚ ਆਪਾਂ ਕਰਦੇ ਹਾਂ। ਪਹਿਲਾਂ ਸਿਰਫ ਤੁਸੀਂ ਇਹ ਦੇਖਣਾ ਕਿ ਵਨ ਰੇ ਆਫ ਲਾਈਟ ਬੇਟਾ ਐਂਟਰ ਕੀਤੀ, ਜਦੋਂ ਹੀ ਉਹ ਐਂਟਰ ਕੀਤੀ ਜਦ ਕਿ ਬੇਟੇ ਉਹਦਾ ਪਾਥ ਕੀ ਸੀ, ਸਟ੍ਰੇਟ ਪਾਥ ਸੀਗਾ, ਬਜਾਏ ਕਿ ਇਸ ਦੇ ਬੇਟੇ ਉਸਨੇ ਕਿਹੜਾ ਪਾਥ ਟਰੇਸ ਕੀਤਾ, ਇਹ ਹੋ ਗਿਆ। ਤਾਂ ਦੇਖੋ ਲਾਈਟ ਕੀ ਹੋ ਗਈ, ਬੈਂਡ ਹੋ ਗਈ ਬੇਟੇ, ਉਸ ਦੀ ਡਾਇਰੈਕਸ਼ਨ ਚੇਂਜ ਹੋ ਗਈ। ਤਾਂ ਬੇਟਾ ਇਸ ਕਨਸੈਪਟ ਨੂੰ ਆਪਾਂ ਕੀ ਬੋਲਦੇ ਹਾਂ, ਰੀਫ੍ਰੈਕਸ਼ਨ ਬੋਲਦੇ ਹਾਂ। ਠੀਕ ਹੈ ਜੀ। ਤਾਂ ਬੇਟੇ ਏ ਓ ਕੀ ਸੀ, ਸਾਡੀ ਇੰਸੀਡੈਂਟ ਰੇ ਸੀ, ਓ ਵੀ ਸਾਡੀ ਬੇਟਾ ਰੀਫ੍ਰੈਕਟਡ ਰੇ ਹੈ, ਔਰ ਡਾਟਡ ਬੇਟਾ ਜੋ ਇਹ ਸ਼ੋ ਕਰ ਰਿਹਾ ਉਹ ਓਰੀਜਨਲ ਡਾਇਰੈਕਸ਼ਨ ਆਫ ਪ੍ਰੋਪੀਗੇਸ਼ਨ ਆਫ ਲਾਈਟ ਸੀ। ਔਰ ਬੇਟਾ ਦਿਸ ਪਰਪੈਂਡੀਕੂਲਰ ਡਾਟਡ ਲਾਈਨ ਜਿਹੜੀ ਹੈ ਬੇਟੇ ਸ਼ੋਜ਼ ਨਾਰਮਲ। ਨਾ ਬੇਟੇ ਆਈ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਬੇਟਾ, ਹੇਅਰ ਆਈ ਇਜ਼ ਦ ਐਂਗਲ ਆਫ ਇਨਸੀਡੈਂਸ, ਸਮॉल ਆਰ ਬੇਟਾ ਐਂਗਲ ਆਫ ਰੀਫ੍ਰੈਕਸ਼ਨ। ਠੀਕ ਹੈ ਜੀ। ਅੱਗੇ ਆਪਾਂ ਕਰਦੇ ਹਾਂ ਇਸ ਨੂੰ ਡਿਫਾਈਨ। ਤਾਂ ਬੇਟੇ ਆਪਾਂ ਕਿਹਾ ਕਿ ਜੋ ਰੇ ਏ ਓ ਹੈ ਇਨ ਫਿਗਰ ਕਾਲਡ ਬੇਟੇ ਇੰਸੀਡੈਂਟ ਰੇ ਹੈ। ਸਿਮਿਲਰਲੀ ਓ ਵੀ ਹੈ ਬੇਟਾ, ਉਸਨੂੰ ਆਪਾਂ ਕੀ ਲੈਂਦੇ ਹਾਂ, ਓ ਟੂ ਬੀ ਆਪਾਂ ਕੀ ਲਿਆ ਬੇਟਾ, ਰੀਫ੍ਰੈਕਟਡ ਰੇ ਹੈ। ਔਰ ਜਿਹੜਾ ਬੇਟੇ ਆਪਾਂ ਇਹ ਡਾਟਡ ਲਾਈਨ ਲਈ ਹੋਈ ਹੈ ਦੈਟ ਇਜ਼ ਅ ਨਾਰਮਲ। ਨਾਓ ਨੈਕਸਟ ਇਜ਼ ਇੰਸੀਡੈਂਟ ਐਂਗਲ। ठीक है जी। एंगल बिटवीन इंसीडेंट रे एंड द नॉर्मल इज नोन एज अ इंसीडेंट एंगल एंड इट इज डिनोटेड बाय एंगल आई। तो इंसीडेंस एंगल की है बेटे, द एंगल बिटवीन नॉर्मल एंड इंसीडेंट रे, उस वाले एंगल नूं बेटे आपां की बोलते हैं, एंगल ऑफ इंसीडेंस। बेटे वेरी इंपॉर्टेंट टर्म है, आई विल रिपीट इट अगेन बेटे, द एंगल बिटवीन इंसीडेंट रे एंड नॉर्मल बेटे known as a angle of incidence or incident angle. Next बेटे angle between normal and refracted ray known as a angle of refraction which is denoted by angle R। तो एक ही है बेटे angle of refraction। So बेटा angle of refraction, angle between refracted ray and normal is known as a angle of refraction and it is denoted by angle R। Cause of refraction beta, the change in speed of light when light goes from one medium to another। जो बेटा रिफ्रैक्शन का कारण है, वाई रिफ्रैक्शन कैन अकर बेटा, वो क्यों अकर करती है, क्यों, क्योंकि बेटे जो लाइट एक मीडियम तो अनदर मीडियम जाती है तो बेटा उसकी जो स्पीड है वो चेंज हो जाती है। लाइक बेटा अगर आप एक एग्जाम्पल देखिए, द स्पीड ऑफ लाइट इज़ डिफरेंट इन डिफरेंट मीडिया। फॉर एग्जाम्पल द स्पीड ऑफ लाइट इन एयर इज़ बेटा 3 × 10⁸ मीटर पर सेकेंड, वेयर एज इन ग्लास इज 2 × 10⁸ मीटर पर सेकेंड। So it is clear from these values that the speed of light is more in air but less in glass. Thus, when light goes from one medium to another, its speed changes। ਤਾਂ ਬੇਟਾ ਇਸ ਐਗਜ਼ਾਮਪਲ ਤੋਂ ਸਾਨੂੰ ਕਲੀਅਰ ਹੋ ਗਿਆ, ਆਪਾਂ ਸਪੀਡ ਆਫ ਲਾਈਟ ਨੂੰ ਕੰਪੇਅਰ ਕੀਤਾ ਡਿਫਰੈਂਟ ਮੀਡੀਅਮਸ ਦੇ ਵਿੱਚ। वन इज़ इन एयर और वैक्यूम एंड सेकेंड इज़ ग्लास। तो बेटा बोथ द वैल्यूज़ आर डिफरेंट। सो बेटा ग्रेटर द डिफरेंस इन स्पीड्स ऑफ लाइट इन द टू मीडिया, ग्रेटर विल बी द अमाउंट ऑफ रीफ्रैक्शन और बेंडिंग ऑफ लाइट। बेटा जिन्ना ज़्यादा स्पीड ऑफ लाइट दे डिफरेंट होणगियां बेटा मीडियम दे विच, जिन्ना ज़्यादा उन्हां दे विच डिफरेंस होगा बेटे उन्ना ज़्यादा रीफ्रैक्शन है जिहड़ा वो अकर करूगी। ना बेटे अपना क्वेश्चन ये रहा कि क्यों बेटे चेंज होने दे स्पीड दे चेंज होने दे नाल रीफ्रैक्शन है बेटे अकर करती है। सो इन द नेक्स्ट आर्टिकल वी विल डिस्कस अबाउट दिस कॉन्सैप्ट। सो वाई अ चेंज इन स्पीड ऑफ लाइट कॉजेज रीफ्रैक्शन ऑफ लाइट। बेटा जो लाइट दी स्पीड है बेटे उसकी चेंज होने दे नाल क्यों रीफ्रैक्शन है बेटा अकर हुंदा है, क्यों हुंदा है वो। सो बेटा दिस कैन बी एक्सप्लेनड बाय यूजिंग द वेव थ्योरी ऑफ लाइट। तो बेटा इस कॉन्सैप्ट नूं, इस कारण नूं आपां किवें एक्सप्लेन करांगे बेटा, वेव थ्योरी नूं यूज़ करके। सो अकॉर्डिंग टू द वेव थ्योरी बेटा अ बीम ऑफ लाइट इज़ मेड अप ऑफ अ टाइनी वेव्स। बेटे आपां नूं नेम तो पता चल रहा है वेव थ्योरी, इट मीनस बेटा इस दे विच उसने की कहा कि जो लाइट है दैट इज़ मेड अप ऑफ द स्मॉल और टाइनी वेव्स। ठीक है जी। when a beam of light falls obliquely on the another medium, बेटे उसने कहा कि जदों एक बीम ऑफ लाइट है बेटा obliquely fall करूगी बेटा another medium, then one part of the light wave enter into the another medium first। तो जदों बेटा obliquely fall करूगी तो उसका कुछ पोर्शन है जिहड़ा बेटे वो पहला एंटर कर जूगा अगले वाले मीडियम दे विच। इस करके बेटा उसकी स्पीड है जो चेंज हो जूगी फस्ट ते।
but rest of the wave enter a little later and hence its speed changes a little later। ਤਾਂ ਇਹਦੇ ਵਿੱਚ ਕੀ ਦੱਸ ਰਿਹਾ ਬੇਟੇ ਕਿ ਦੇਖੋ ਓਬਲੀਗਲੀ ਹੈ ਤਾਂ ਇਟ ਮੀਨਸ ਜਦੋਂ ਆਪਾਂ ਦੇਖੋ ਆਪਾਂ ਕਿਹਾ ਕਿ ਜੋ ਲਾਈਟ ਹੈ ਬੇਟੇ ਟਾਈਨੀ ਵੇਵਸ ਨੇ ਤਾਂ ਇਟ ਮੀਨਸ ਉਸ ਦੇ ਵਿੱਚੋਂ ਸਮ ਟਾਈਨੀ ਵੇਵਸ ਦਾ ਕੀ ਹੋਣਗੀਆਂ ਬੇਟੇ ਫਸਟ ਪਾਰਟ ਉਹਨਾਂ ਦਾ ਮਤਲਬ ਕਿ ਥੋੜ੍ਹਾ ਜਿਹਾ ਕੁਛ ਫਸਟ ਦੇ ਉੱਤੇ ਐਂਟਰ ਕਰ ਜਾਊਗਾ। ਫਿਰ ਇਸ ਦਾ ਮਤਲਬ ਕਿ ਜਿੰਨਾ ਬੇਟੇ ਫਸਟਲੀ ਉਹ ਐਂਟਰ ਕਰਨਗੀਆਂ ਤਾਂ ਉਹ ਕੋਰਸਪੋਂਡਿੰਗਲੀ ਉਹਨਾਂ ਦੀ ਸਪੀਡ ਚੇਂਜ ਹੋ ਜੂਗੀ ਮੀਡੀਅਮ ਚੇਂਜ ਹੋਣ ਦੇ ਨਾਲ। ਉਸ ਤੋਂ ਬਾਅਦ ਬੇਟਾ ਰੈਸਟ ਆਫ ਦਾ ਵੇਵਸ ਜੋ ਹੋਣਗੀਆਂ ਉਹ ਐਂਟਰ ਕਰਨਗੇ ਲਿਟਲ ਲੇਟਰ ਥੋੜ੍ਹੇ ਜਿਹੇ ਬਾਅਦ ਕਰਨਗੀਆਂ। ਤਾਂ ਇਹਦਾ ਮਤਲਬ ਕਿ ਉਹਨਾਂ ਦੀ ਜੋ ਸਪੀਡ ਹੈ ਉਹ ਵੀ ਥੋੜ੍ਹਾ ਬਾਅਦ ਚੇਂਜ ਹੋਊਗੀ। ਇਫੈਕਟ that the speed of light waves on one side of beam of light changes a little before the change in speed of light wave on its other side causes a change in direction of light। ਤਾਂ ਬੇਟਾ ਫੈਕਟ ਕੀ ਹੈ ਕਿ ਜੋ ਦੇਖੋ ਆਪਾਂ ਕਿਹਾ ਕਿ ਕੁਛ ਪੋਰਸ਼ਨ ਹੈ ਪਹਿਲਾਂ ਐਂਟਰ ਕਰੂਗਾ ਤਾਂ ਇਟ ਮੀਨਸ ਬੇਟਾ ਉਹਨਾਂ ਦੀ ਵਨ ਸਾਈਡ ਆਫ ਬੀਮ ਹੈ ਉਸ ਦੀ ਬੇਟੇ ਜੋ ਸਪੀਡ ਆਫ ਲਾਈਟ ਹੈ ਉਹ ਲਿਟਲ ਚੇਂਜ ਹੋ ਜੂਗੀ ਬਿਫੋਰ ਦ ਚੇਂਜ ਇਨ ਸਪੀਡ ਆਫ ਅਦਰ ਸਾਈਡ। ਤਾਂ ਦੂਜੀ ਸਾਈਡ 'ਤੇ ਬੇਟੇ ਆਪਾਂ ਦੇਖੀਏ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਉਸਦਾ ਚੇਂਜ ਹੋਣਾ ਇਸ ਕਰਕੇ ਬੇਟੇ ਜਿਹੜੀ ਉਸਦੀ ਡਾਇਰੈਕਸ਼ਨ ਹੈ ਉਹ ਚੇਂਜ ਹੋ ਜਾਂਦੀ ਹੈ। ਠੀਕ ਹੈ ਜੀ। ਦਿਸ ਵਿਲ ਬਿਕਮ ਮੋਰ ਕਲੀਅਰ ਫਰੋਮ ਦ ਫੋਲੋਇੰਗ ਐਗਜ਼ਾਮਪਲ ਇਨ ਵਿਚ ਅ ਬੀਮ ਆਫ ਲਾਈਟ ਐਂਟਰਿੰਗ ਫਰੋਮ ਏਅਰ ਇਨਟੂ ਗਲਾਸ slab obliquely and then emerging into the air from its other side। ਤਾਂ ਬੇਟਾ ਹੁਣ ਇੱਕ ਐਗਜ਼ਾਮਪਲ ਲੈ ਕੇ ਜਿਸ ਐਗਜ਼ਾਮਪਲ ਦੇ ਵਿੱਚ ਆਪਾਂ ਕੀ ਕੰਸੀਡਰ ਕੀਤਾ ਕਿ ਇੱਕ ਗਲਾਸ ਸਲੈਬ ਹੈ ਤਾਂ ਇਨੀਸ਼ੀਅਲੀ ਜੋ ਲਾਈਟ ਹੈ ਬੇਟਾ ਆ ਬੀਮ ਆਫ ਲਾਈਟ ਹੈ ਏਅਰ ਟੂ ਬੇਟੇ ਗਲਾਸ ਓਬਲੀਗਲੀ ਫਾਲ ਕਰੂਗੀ ਦੈਨ ਬੇਟਾ ਗਲਾਸ ਦੇ ਵਿੱਚੋਂ ਪਾਸ ਹੁੰਦੀ ਹੋਈ ਬੇਟਾ ਉਸਦੇ ਅਨਦਰ ਐਂਡ ਤੋਂ ਉਹ ਐਮਰਜ ਆਊਟ ਹੋ ਜੂਗੀ ਅਗੇਨ ਇਨਟੂ ਦ ਏਅਰ। ਤਾਂ ਬੇਟਾ ਇਸ ਨੂੰ ਮੈਂ ਇੱਕ ਫਿਗਰ ਦੇ ਸ਼ੋ ਕਰਕੇ ਬੇਟਾ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਕਿਸ ਤਰ੍ਹਾਂ ਬੇਟੇ ਕੁਛ ਜੋ ਪਾਰਟੀਕਲਸ ਜੋ ਫਸਟਲੀ ਐਂਟਰ ਕਰਦੇ ਨੇ ਔਰ ਰੈਸਟ ਆਫ ਦਾ ਲਿਟਲ ਕਰਦੇ ਨੇ। ਨਾਓ ਬੇਟਾ ਸੀ ਦਿਸ ਪਿਕਚਰ ਦਿਸ ਇਜ਼ ਬਲੂ ਪੋਰਸ਼ਨ ਐਂਡ ਰੈਕਟੈਂਗਲ ਬਾਕਸ ਬੇਟਾ ਇਜ਼ ਸ਼ੋਇੰਗ ਦ ਗਲਾਸ ਸਲੈਬ। ਬੇਟੇ ਇੱਥੇ ਵੀ ਆਪਣੇ ਕੋਲ ਏਅਰ ਹੈ ਔਰ ਇੱਧਰ ਵੀ ਆਪਣੇ ਕੋਲ ਏਅਰ ਹੈ। ਸੋ ਇਨੀਸ਼ੀਅਲੀ when a beam of light beta fall on the glass slab obliquely ਬੇਟੇ at any angle। ਤਾਂ ਬੇਟੇ ਜਦੋਂ ਉਹ ਐਨੀ ਐਂਗਲ ਦੇ ਉੱਤੇ ਹੋਈ ਤਾਂ ਦੇਖੋ ਇਸ obliquely ਬੇਟਾ ਸ਼ੋ ਹੋ ਰਿਹਾ ਤਾਂ ਇਸ ਪੁਆਇੰਟ ਤੇ ਜੋ ਪਾਰਟੀਕਲਸ ਨੇ ਬੇਟੇ ਲਾਈਟ ਵੇਵ ਔਨ ਦਿਸ ਸਾਈਡ ਆਫ ਬੀਮ ਆਫ ਲਾਈਟ ਰੀਚ ਦ ਗਲਾਸ ਫਸਟ ਇਟ ਮੀਨਸ ਐਂਟਰ ਦ ਗਲਾਸ ਫਸਟ ਐਂਡ ਸਲੋ ਡਾਊਨ ਫਸਟ। ਬੇਟੇ ਅਗਰ ਦੇਖੀਏ ਤਾਂ ਇਹ ਵਾਲਾ ਪਾਰਟੀਕਲ ਹੈ ਜਿਹੜਾ ਉਹ ਕੀ ਹੋਊਗਾ ਇਸ ਗਲਾਸ ਸਲੈਬ ਦੇ ਵਿੱਚ ਫਸਟ 'ਤੇ ਐਂਟਰ ਕਰੂਗਾ। ਇਹਦਾ ਮਤਲਬ ਉਸ ਦੀ ਜੋ ਸਪੀਡ ਹੈ ਬੇਟੇ ਫਸਟਲੀ ਸਲੋ ਡਾਊਨ ਹੋ ਜਾਏਗੀ। ਸਿਮਿਲਰਲੀ ਬੇਟਾ ਅਗਰ ਇਸ ਸਾਈਡ 'ਤੇ ਆਪਾਂ ਦੇਖਦੇ ਹਾਂ ਦੇਖੋ ਹੁਣ ਬੇਟੇ ਇਸ ਨੂੰ ਕਿਵੇਂ ਤੁਸੀਂ ਇਕੁਲਾਈਜ਼ ਕਰਨਾ ਹੋਵੇ ਤਾਂ ਆਪਾਂ ਇੱਥੇ ਇੱਕ ਪਰਪੈਂਡੀਕੂਲਰ ਡਰਾ ਕਰ ਸਕਦੇ ਹਾਂ ਹੈ ਨਾ। ਇੱਥੋਂ ਜਾ ਕੇ ਕੀ ਹੋਊਗਾ ਦੋਨਾਂ ਦਾ ਜੋ ਪਾਥ ਹੈ ਉਹ ਸੇਮ ਹੋ ਜਾਊਗਾ ਤਾਂ ਇੰਨਾ ਡਿਫਰੈਂਸ ਹੋਊਗਾ ਇਹਨਾਂ ਦੇ ਵਿੱਚ। ਇਸ ਡਿਫਰੈਂਸ ਕਰਕੇ ਤਾਂ ਬੇਟਾ ਇਸ ਪੁਆਇੰਟ 'ਤੇ ਅਗਰ ਆਪਾਂ ਦੇਖਦੇ ਹਾਂ ਬੀ ਪੁਆਇੰਟ ਦੇ ਉੱਤੇ ਤਾਂ ਬੀ ਪੁਆਇੰਟ 'ਤੇ ਜੋ ਲਾਈਟ ਵੇਵਸ ਨੇ ਬੇਟੇ ਉਹ ਲਿਟਲ ਲੇਟਰ ਐਂਟਰ ਕਰਨਗੀਆਂ ਤਾਂ ਇਟ ਮੀਨਸ ਉਹਨਾਂ ਦੀ ਜੋ ਸਪੀਡ ਹੈ ਬੇਟੇ ਉਹ ਲਿਟਲ ਲੇਟਰ ਹੀ ਸਲੋ ਡਾਊਨ ਹੋਊਗੀ। ਸਿਮਿਲਰਲੀ ਬੇਟੇ ਜਦੋਂ ਉਹ ਗਲਾਸ ਸਲੈਬ ਦੇ ਵਿੱਚ ਐਂਟਰ ਹੋਣਗੀਆਂ ਉਸ ਤੋਂ ਬਾਅਦ ਬੇਟਾ ਐਟ ਪੁਆਇੰਟ ਸੀ ਉਹ ਅਗੈਨ ਐਮਰਜ ਆਊਟ ਹੋਣਗੀਆਂ ਤਾਂ ਅਗੈਨ ਕੀ ਹੋਊਗਾ ਬੇਟੇ ਜੋ ਇਸ ਸਾਈਡ ਵਾਲੇ ਪਾਰਟੀਕਲ ਸੀਗੇ ਉਹ ਐਮਰਜ ਆਊਟ ਹੋਣਗੇ ਫਸਟ 'ਤੇ। ਸਿਮਿਲਰਲੀ ਇਸ ਦੇ ਪਾਰਟੀਕਲ ਜਿਹੜੇ ਹੋਣਗੇ ਬੇਟੇ ਉਹ ਐਮਰਜ ਆਊਟ ਹੋਣਗੇ ਲਿਟਲ ਲੇਟਰ ਇਸ ਕਰਕੇ ਅਗੈਨ ਜੋ ਇਹਨਾਂ ਦੀ ਸਪੀਡ ਅਪ ਹੋਣੀ ਸੀ ਉਹ ਲਿਟਲ ਲੇਟਰ ਹੋਊਗੀ। ਤਾਂ ਬੇਸਿਕ ਜੋ ਰੀਜ਼ਨ ਹੈ ਬੇਟਾ ਅਕੋਰਡਿੰਗ ਟੂ ਵੇਵ ਥਿਊਰੀ ਇਹੀ ਹੈ ਕਿ ਸਮ ਪਾਰਟੀਕਲਸ ਨੇ ਬੇਟੇ ਉਹ ਪਹਿਲਾਂ ਐਂਟਰ ਕਰ ਜਾਂਦੇ ਨੇ ਕੁਛ ਪਾਰਟੀਕਲਸ ਜਿਹੜੇ ਵੇਵਸ ਹੁੰਦੀਆਂ ਨੇ ਉਹ ਕੀ ਨੇ ਬੇਟਾ ਥੋੜ੍ਹਾ ਬਾਅਦ ਦੇ ਵਿੱਚ ਕਰਦੀਆਂ ਨੇ। ਸੋ ਦਿਸ ਇਜ਼ ਦਾ ਰੀਜ਼ਨ ਫॉर द refraction। This above discussion in mind we can now write down two rules which give the direction of bending of a ray of light when it goes from one medium to another। ਤਾਂ ਬੇਟਾ ਜੋ ਅਸੀਂ ਅਬਵ ਡਿਸਕਸ਼ਨ ਕੀਤੀ ਉਸ ਦਾ ਜਦੋਂ ਅਸੀਂ ਕਨਕਲੂਜਨ ਫਾਈਂਡ ਕੀਤਾ ਤਾਂ ਸਾਡੇ ਕੋਲ ਟੂ ਰੂਲਸ ਨੂੰ ਅਸੀਂ ਫਾਈਂਡ ਕੀਤਾ ਉਹ ਕਿਹੜੇ ਸੀ ਬੇਟਾ। It has been found that first rule when a ray of light goes from a rarer medium to a denser medium it bends toward the normal। ਬੇਟਾ ਇਸ ਦੇ ਵਿੱਚ ਕੀ ਹੈ ਕਿ ਜਦੋਂ ਇੱਕ ray of light rarer medium ਤੋਂ denser medium ਦੇ ਵਿੱਚ ਬੇਟਾ ਐਂਟਰ ਕਰੂਗੀ ਤਾਂ always ਬੇਟਾ ਉਹ normal ਦੇ towards bend ਕਰੂਗੀ।
On the other hand beta, when a ray of light goes from a denser medium to rarer medium, it bends away from the normal. ਤਾਂ always ਬੇਟਾ ਜੋ ray of light ਹੈ ਉਹ away from the normal ਬੇਟਾ bend ਕਰੂਗੀ। ਇਸ ਨੂੰ ਬੇਟਾ ਹੋਰ ਵੀ ਕਲੀਅਰਲੀ ਮੈਂ ਫਿਗਰ ਦੇ ਵਿੱਚੋਂ ਸ਼ੋ ਕਰਦੀ ਹਾਂ, ਜਿੱਥੋਂ ਤੁਹਾਨੂੰ ਸਮਝ ਆ ਜਾਊਗਾ ਬੇਟਾ ਕਿ ਹਾਊ ਅ ਰੇ ਆਫ ਲਾਈਟ ਬੈਂਡ ਟੂਵਰਡ ਦ ਨਾਰਮਲ ਐਂਡ ਅਵੇ ਫਰੋਮ ਦ ਨਾਰਮਲ। ਬੇਟਾ ਇਸ ਫਿਗਰ ਦੇ ਵਿੱਚ ਦੇਖੋ, ਅਗਰ ਆਪਾਂ ਇੱਥੇ ਨਾਰਮਲ ਇੱਕ ਡਰਾ ਕੀਤਾ, ਸਿਮਿਲਰਲੀ ਐਟ ਦਿਸ ਪੁਆਇੰਟ, ਐਟ ਪੁਆਇੰਟ ਸੀ ਵੀ ਡਰਾ ਵਨ ਨਾਰਮਲ, ਤਾਂ ਬੇਟਾ ਹੁਣ ਇਸ ਯੈਲੋ ਪੋਰਸ਼ਨ ਔਰ ਇਸ ਨਾਰਮਲ ਦਾ ਜੋ ਵਿਡਥ ਹੈ ਬੇਟੇ ਕੰਪੈरेटिवली ਇਸ ਦੀ ਵਿਡਥ ਦੇ, ਤਾਂ ਦੇਖੋ ਇਹ ਵਿਡਥ ਬੇਟੇ ਜ਼ਿਆਦਾ ਹੈ ਕੰਪੈरेटिवली ਇਸ ਦੇ। ਇਟ ਮੀਨਸ ਵੈਨ ਅ ਰੇ ਆਫ ਲਾਈਟ goes from rarer to denser, ਬੇਟਾ rarer ਇੱਥੇ ਕੀ ਹੈ 에ਅਰ ਹੈ, denser ਕੀ ਹੈ ਗਲਾਸ ਮੀਡੀਅਮ ਹੈ, ਤਾਂ always a ray of light ਬੇਟੇ towards the normal। ਬੇਟੇ ਜਿੰਨੀ ਜ਼ਿਆਦਾ ਇਹ ਸਪੇਸ ਘੱਟ ਹੋਊਗੀ ਇਟ ਮੀਨਸ ਕੀ ਹੈ ਬੇਟਾ ਉਹ ਟੂਵਰਡ ਦ ਨਾਰਮਲ ਹੈ। ਅਗਰ ਇਹੀ ਐਂਗਲ ਬੇਟੇ ਜ਼ਿਆਦਾ ਹੋਊਗਾ ਤਾਂ ਅਵੇ ਫਰੋਮ ਨਾਰਮਲ ਹੋ ਕੇ ਜਾਊਗਾ। ਠੀਕ ਹੈ ਜੀ। ਹੁਣ ਕੀ ਸੀ ਬੇਟਾ ਔਨ ਦ ਅਦਰ ਹੈਂਡ ਵੈਨ ਅ ray of beam of light goes from denser to rarer, ਤਾਂ always it bend away from the normal। ਤਾਂ ਬੇਟਾ ਦੇਖੋ ਇਹ ਜਿੰਨੀ ਜ਼ਿਆਦਾ ਸਪੇਸ ਜ਼ਿਆਦਾ ਹੋਊਗੀ ਇਹਦਾ ਮਤਲਬ ਕੀ ਹੋਊਗਾ ਕਿ ਉਹ ਇਸ ਨਾਰਮਲ ਤੋਂ ਕੀ ਹੈ ਅਵੇ ਜਾ ਰਹੀ ਹੈ। ਤਾਂ ਇਸ ਟਾਈਪ ਦੇ ਨਾਲ ਬੇਟਾ ਸਾਡੇ ਕੋਲ ਦੋ ਰੂਲਸ ਨੇ ਕਿ ਜਦੋਂ ਰੇ ਰੇਅਰਰ ਟੂ ਡੈਂਸਰ ਜਾਊਗੀ ਆਲਵੇਜ਼ ਬੇਟਾ ਟੂਵਰਡ ਦ ਨਾਰਮਲ ਜਾਊਗੀ, ਔਰ ਡੈਂਸਰ ਟੂ ਰੇਅਰਰ ਬੇਟੇ ਆਲਵੇਜ਼ ਅਵੇ ਫਰੋਮ ਦ ਨਾਰਮਲ। ਤਾਂ ਇਹ ਦੋ ਰੂਲ ਸੀਗੇ ਬੇਟੇ ਆਪਣੇ। ਨਾਓ ਬੇਟੇ ਨੈਕਸਟ ਇਜ਼ ਲਾਜ਼ ਆਫ ਰੀਫਲੈਕਸ਼ਨ ਆਫ ਲਾਈਟ। ਬੇਟਾ ਆਪਾਂ ਰੀਫਲੈਕਸ਼ਨ ਨੂੰ ਡਿਫਾਈਨ ਕੀਤਾ, ਉਹਦੇ ਕਾਜ਼ਿਸ ਦੇਖੇ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਕਰਦੇ ਹਾਂ ਲਾਜ਼ ਆਫ ਰੀਫਲੈਕਸ਼ਨ ਆਫ ਲਾਈਟ। ਤਾਂ ਬੇਟੇ ਜੋ ਲਾਜ਼ ਨੇ ਸਾਡੇ ਕੋਲ ਟੂ ਲਾਜ਼ ਗਿਵਨ ਨੇ। ਫਸਟ ਲਾਅ ਕੀ ਹੈ ਬੇਟਾ, ਸੇਮ ਐਜ਼ reflection, incident ray, refracted ray and normal to the surface all lie in the same plane। बेटे जो इंसीडेंट रे होगी और रिफ्रैक्टेड रे होगी एंड नॉर्मल, तो वो की ने बेटे तीनों सेम प्लेन के उत्ते लाई करनगे। सैकेंड बेटा द रेशियो ऑफ साइन ऑफ द इंसीडेंट एंगल मीनस साइन ऑफ द आई टू द साइन ऑफ द रिफ्रैक्टेड एंगल साइन आर, the sign r is constant for a pair of two medium। ਤਾਂ ਬੇਟੇ always ਇਸ ਰੇਸ਼ੀਓ ਕੀ ਆਊਗੀ ਕਿਸ ਦੇ ਇਕੁਅਲ ਆਊਗੀ ਰਾਜੇ constant ਦੇ। this constant is known as a refractive index of the medium। ਬੇਟਾ ਜੋ sin i by sin r ਹੈ ਨਾ which is equals to n ਹੁੰਦਾ, n ਆਪਾਂ ਕੀ ਕਹਿੰਦੇ ਆ ਬੇਟਾ refractive index, it is denoted by n। ਤਾਂ ਸੈਕਿੰਡ ਜੋ ਲਾਅ ਹੈ ਬੇਟੇ ਉਹ ਕੀ ਦੱਸਦਾ ਹੈ ਕਿ ਅਗਰ ਤੁਸੀਂ ਰੇਸ਼ੀਓ ਲੈ ਰਹੇ ਹੋ ਸਾਈਨ ਆਈ ਬਾਈ ਸਾਈਨ ਆਰ ਦੀ, ਉਹ ਆਲਵੇਜ਼ ਬੇਟੇ ਕਾਂਸਟੈਂਟ ਹੋਊਗੀ, ਔਰ ਉਹ ਕਾਂਸਟੈਂਟ ਕੀ ਹੁੰਦਾ ਬੇਟਾ ਰੀਫਰੈਕਟਿਵ ਇੰਡੈਕਸ ਆਫ ਦ ਮੀਡੀਅਮ ਹੁੰਦਾ ਹੈ, ਜਿਸ ਨੂੰ ਅਸੀਂ ਐਨ ਦੇ ਨਾਲ ਸਮੋਲ ਐਨ ਦੇ ਨਾਲ ਡਿਨੋਟ ਕਰਦੇ ਹਾਂ। ਤਾਂ ਬੇਟਾ ਰੀਫਰੈਕਟਿਵ ਇੰਡੈਕਸ ਆਫ ਸੈਕਿੰਡ ਮੀਡੀਅਮ ਵਿਦ ਰਿਸਪੈਕਟ ਟੂ ਫਸਟ ਮੀਡੀਅਮ, ਦੇਖੋ ਹੁਣ ਟੂ ਮੀਡੀਅਮ ਹੀ ਹੋਣਗੇ ਬੇਟੇ, ਕਿਉਂਕਿ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਦੇ ਵਿੱਚ ਜਦੋਂ ਹੀ ਬੇਟਾ ਰੇ ਐਂਟਰ ਕਰੂਗੀ ਦੈਨ ਹੀ ਰੀਫਰੈਕਸ਼ਨ ਹੋਊਗਾ, ਦੈਨ ਹੀ ਆਪਾਂ ਲਾਅ ਆਫ ਰੀਫਰੈਕਸ਼ਨ ਅਪਲਾਈ ਕਰਾਂਗੇ। ਤਾਂ ਬੇਟਾ ਰੀਫਰੈਕਟਿਵ ਇੰਡੈਕਸ ਆਫ ਸੈਕਿੰਡ ਮੀਡੀਅਮ ਵਿਦ ਰਿਸਪੈਕਟ ਟੂ ਫਸਟ ਮੀਡੀਅਮ, ਉਸ ਨੂੰ ਬੇਟੇ ਆਪਾਂ ਇਸ ਟਾਈਪ ਦੇ ਨਾਲ ਲਿਖਦੇ ਹਾਂ N21, ਰੀਫਰੈਕਟਿਵ ਇੰਡੈਕਸ ਆਫ ਮੀਡੀਅਮ ਸੈਕਿੰਡ ਟੂ ਦ ਫਸਟ, ਐਂਡ ਇਕੁਏਸ਼ਨ 1 ਕੈਨ ਬੀ ਰਿਟਨ ਐਜ਼, ਤਾਂ ਇੱਥੇ ਵੀ ਬੇਟਾ साइन N21 लिख सकते हैं। दिस इज ऑल्सो नोन एज अ स्नेल्स लॉ एंड इट वॉज स्टेटेड बाय प्रोफेसर विलब्रॉड स्नेल, डच मैथेमैटिशियन एंड एस्ट्रोनॉमर। तो बेटे सिंपल फर्स्ट लॉ साडा की सीगा कि जो इंसीडेंट रे है, रिफ्रैक्टेड है एंड नॉर्मल, ये तीनों की ने बेटे सेम प्लेन दे विच लाई करनगे। सैकेंड लॉ की है बेटा कि अगर तुसी साइन आई बाई साइन आर का रेशियो लैने हो ऑलवेज कॉन्सटेंट होगा, उस कॉन्सटेंट ਨੂੰ ਆਪਾਂ ਰੀਫਰੈਕਟਿਵ ਇੰਡੈਕਸ ਵੀ ਬੋਲਦੇ ਹਾਂ ਔਰ n ਦੇ ਨਾਲ ਡਿਨੋਟ ਕਰਦੇ ਹਾਂ, ਸਮਾਲ n ਦੇ ਨਾਲ ਡਿਨੋਟ ਕਰਦੇ ਹਾਂ। ਹੁਣ ਬੇਟੇ ਇੱਥੇ ਦੋ ਮੀਡੀਅਮ ਐਸੋਸੀਏਟ ਨੇ, ਦੋ ਮੀਡੀਅਮਸ ਦੀ ਗੱਲ ਕਰਦੇ ਹਾਂ, ਤਾਂ ਜਦੋਂ ਬੇਟੇ ਆਪਾਂ ਸੈਕਿੰਡ ਮੀਡੀਅਮ ਵਿਦ ਰਿਸਪੈਕਟ ਟੂ ਫਸਟ ਲਿਖਣਾ ਹੈ ਤਾਂ ਨੋਟੇਸ਼ਨ ਬੇਟਾ ਇਹ ਹੋਊਗੀ ਆਪਣੀ, ਠੀਕ ਹੈ ਜੀ। ਤਾਂ ਉਸ ਨੂੰ ਬੇਟੇ ਕਿਵੇਂ ਲਿਖ ਸਕਦੇ ਹੋ, ਸਾਈਨ ਆਈ ਬਾਈ ਸਾਈਨ ਆਰ N21 ਲਿਖ ਸਕਦੇ ਹੋ। ਇਸ ਬੇਟਾ ਸਾਰੀ ਇਕੁਏਸ਼ਨ ਨੂੰ ਆਪਾਂ ਕੀ ਬੋਲਦੇ ਹਾਂ ਬੇਟੇ, ਸਨੇਲਸ ਲਾਅ ਦੇ ਨੇਮ ਨਾਲ ਵੀ ਜਾਣਦੇ ਹਾਂ। ਤਾਂ ਇਹ ਸੀ ਬੇਟੇ ਤੁਹਾਡੇ ਲਾਜ਼ ਆਫ ਰੀਫਰੈਕਸ਼ਨ।
ਬੇਟੇ ਇੱਥੇ ਥੋੜਾ ਜਿਹਾ ਮਿਸਟੇਕ ਹੈ, ਇੱਥੇ ਲॉज ਆਫ ਰੀਫ੍ਰੈਕਸ਼ਨ ਆਊਗਾ ਰਾਜੇ, ਬਾਈ ਮਿਸਟੇਕ ਰੀਫਲੈਕਸ਼ਨ ਹੈ। ਠੀਕ ਹੈ ਜੀ, ਤਾਂ ਇਹ ਕੀ ਸੀ ਬੇਟੇ, ਤੁਹਾਡੇ ਦੋ ਲॉज ਸੀਗੇ ਰੀਫਲੈਕਸ਼ਨ ਦੇ। ਨੈਕਸਟ ਇਜ਼ ਬੇਟਾ ਆਪਟੀਕਲ ਡੈਂਸਿਟੀ। ਸੋ ਆਪਟੀਕਲ ਡੈਂਸਿਟੀ of a medium determines the ability of medium to refract the light। ਬੇਟੇ ਇਸ ਦੇ ਵਿੱਚ ਕੀ ਹੈ, ਜੋ ਆਪਟੀਕਲ ਡੈਂਸਿਟੀ ਹੈ ਕਿਸੇ ਵੀ ਮੀਡੀਅਮ ਦੀ ਬੇਟਾ ਉਹ ਡਿਟਰਮਿਨ ਕਰਦੀ ਹੈ ਕਿ ਕਿੰਨੀ ਐਬਿਲਿਟੀ ਹੈ ਬੇਟਾ ਉਸ ਮੀਡੀਅਮ ਦੇ ਕੋਲ ਰੀਫਰੈਕਟ ਕਰਨ ਦੇ ਲਈ ਲਾਈਟ ਨੂੰ। optical medium of a density of a medium is directly proportional to the refractive index of the medium। जो बेटे ऑप्टिकल डेंसिटी है किसी भी मीडियम की वो प्रपोर्शनल है, डायरैक्टली प्रपोर्शनल है रिफ्रैक्टिव इंडेक्स ऑफ द मीडियम। बेटा रिफ्रैक्टिव इंडेक्स आपां इस ही लैक्चर दे विच अगे डिस्कस करांगे। सो फर्स्टली आपां ऑप्टिकल डेंसिटी का मतलब की है बेटे कि किसी भी मीडियम के कोल कितनी क एबिलिटी है कि वो लाइट नूं की कर दूगी, रिफ्रैक्ट कर दूगी, बेंड कर दूगी। ठीक है जी। For example बेटे refractive index of kerosene oil is 1.44 and that of water is 1.33। Therefore optical density of kerosene oil is more than the optical density of water। तो आप क्या बेटा जो optical density है वो proportional है किस दे बेटे refractive index दे। तो बेटा आप एक एग्जाम्पल लिया जिस दे विच आपां देखिया कि kerosene oil दा refractive index कितना बेटा 1.44 whereas water दा कितना बेटा 1.33। it means optical density of kerosene oil is greater than the optical density of water। it means बेटा जो bending of light है और refraction है बेटे कैरोसिन दे विच ज़्यादा होगी कंपैरेटिवली वाटर दे। it means अगर बेटा किसी रेयरर मीडियम तो कैरोसिन दे विच बेटा जिसका रिफ्रैक्टिव इंडेक्स है ज़्यादा है, अगर उस दे विच बेटा एंटर करोगे तो इट मीनस बेटे बेंडिंग होगी जो लाइट दी वो ज़्यादा होगी। ठीक है जी, तो जिन्नी ज़्यादा बेटा रिफ्रैक्टिव इंडेक्स उन्नी ज़्यादा बेंडिंग ऑफ लाइट, इट मीनस उन्नी ज़्यादा रिफ्रैक्शन अकर करूँगा। क्लियर। नाउ नेक्स्ट इज अ बेटा ऑप्टिकल रेयरर मीडियम एंड डेंसर मीडियम। सो बेटे ऑप्टिकल रेयरर मीडियम अ मीडियम और a material having low value of refractive index is called optically rarer medium। बेटे इस दे विच की है कि जो मीडियम है और कोई भी मटीरियल है जिसका रिफ्रैक्टिव इंडेक्स घट होगा राजे, जिसकी लो वैल्यू होगी उसनों आपां की बोलांगे बेटा ऑप्टिकली रेयरर मीडियम बोलांगे। ठीक है जी, तो उस दे अकॉर्डिंग बेटे एन हुंदा साडे कोल रिफ्रैक्टिव इंडेक्स विच इज़ इक्वल्स टू हुंदा बेटे सी बाई वी। इसनों आपां डिस्कस करांगे। फॉर द टाइम बेटा यू कैन यूज़ दिस फॉर्मूला एज इट इज़। सो एन इज़ बेटा रिफ्रैक्टिव इंडेक्स है सी बाई वी। अगर बेटा इत्थों वी की वैल्यू नूं तुसीं फाइंड करदे हो तो वी इक्वल्स टू सी बाई एन। इट मीनस बेटा एन रिफ्रैक्टिव इंडेक्स बेटा जिसका घट होगा उसकी वेलोसिटी की होगी राजे ज़्यादा होगी। तो इट मीनस बेटा ऑप्टिकली रेयरर मीडियम दे विच स्पीड ऑफ लाइट की होगी राजे हाई होगी कंपैरेटिवली डेंसर मीडियम दी। क्लियर। नाउ नेक्स्ट इज अ बेटा ऑप्टिकल डेंसर मीडियम अ मीडियम और अ मटीरियल हैविंग हायर वैल्यू of refractive index is called optically denser, thus light travels slows down in the optically denser medium। बेटे सिंपल जी एग्जाम्पल लो, देखो अगर तुसी सिंपली फ्लोर के उत्ते वॉक कर रहे हो, ठीक है जी, और वॉक करन तो बाद अगे वाटर आ गया, तो जदों तुसी वाटर दे विच बेटा एंटर करोगे तो तुहाडी ऑबवियस स्पीड की हो जूगी, चेंज हो जूगी। वाटर दे कंपैरेटिवली बेटा एयर किसी रेयर सीगी, तो रेयर दे विच ऑलवेज बेटा जो वेलोसिटी और स्पीड होगी वो ज़्यादा होंदी है कंपैरेटिवली डेंसर मीडियम दे। दा सेम कॉन्सैप्ट बेटा इत्थे है कि अगर ऑप्टिकली रेयरर मीडियम है तो उस मीडियम दे विच बेटा जो लाइट है ट्रैवल करूगी फास्ट, वेयर इज इन डेंसर मीडियम बेटा लाइट ट्रैवल्स स्लो। Now बेटे one example, refractive index of air is less than the refractive index of water। जो बेटा अपन तुहानूं दस्सिया, ठीक है जी, तो उस अकॉर्डिंग बेटे अगर आप रिफ्रैक्टिव इंडेक्स वाइज देखिए वो तो आप एक जनरल बेटा डिस्कशन की थी कि अगर आप वॉक करते हैं, ठीक है जी, तो बेटा जो फंडामेंटल रूल्स होंगे ने ऑलवेज फंडामेंटल होंगे ने, ठीक है जी। तो इत्थे हुण आप अकॉर्डिंग टू तुहाडी थ्योरी दे ही इत्थे आप एक्सप्लेन करता कि जो रिफ्रैक्टिव इंडेक्स ऑफ एयर है बेटे वो लैस है वाटर दे, तो इट मीनस एयर दे विच लाइट बेटा ट्रैवल करूगी फास्ट कंपैरेटिवली टू वाटर। तो ये सीगा बेटे तुहाडी ऑप्टिकली डेंसिटी रेयरर मीडियम और डेंसर मीडियम।
एक्सप्लेनेशन ऑफ बेंडिंग ऑफ लाइट वैन इट ट्रैवल्स फ्रॉम वन मीडियम टू अनदर। बेटे ਆਪਾਂ 2 लॉज ਸੀਗੇ ਜੋ ਫਾਊਂਡ ਆਊਟ ਕੀਤੇ ਸੀਗੇ, ਉਹ ਇਹੀ ਸੀਗੇ ਨਾ ਕਿ when a light ray goes from rarer to denser always bend toward the normal, and when a ray of light goes from denser to rarer ਤਾਂ it bend away from the normal। ਤਾਂ ਬੇਟਾ ਇਹਨਾਂ ਦੋਨਾਂ ਰੂਲਸ ਨੂੰ ਹੁਣ ਆਪਾਂ ਐਕਸਪਲੇਨ ਕਰਾਂਗੇ ਕਿ ਕਿਉਂ ਐਵੇਂ ਹੁੰਦਾ ਹੈ। ਸੋ ਫਸਟ ਕੇਸ ਬੇਟਾ when light goes from rarer medium to denser medium। बेटा रेयर मीडियम का जो रिफ्रैक्टिव इंडेक्स सी N1 सपोज कर लिया, डेंसर मीडियम का रिफ्रैक्टिव इंडेक्स N2 कर लिया। तो अकॉर्डिंग टू स्नेल्स लॉ बेटे साइन आई बाय साइन आर। हुण बेटे अगर डेंसर मीडियम है तो डेंसर मीडियम दे विच की होगा, रिफ्रैक्टिव इंडेक्स उसका ज़्यादा होगा राजे कंपैरेटिवली अदर वन दे। तो यदा मतलब की है बेटे इत्थे N2 ग्रेटर दैन N1 है। बेटे मैं एक बार होर एक्सप्लेन कर दी हाँ कि बेटे अगर अपने कोल डेंसर मीडियम है, डेंसर मीडियम का ऑलवेज जो रिफ्रैक्टिव इंडेक्स है वो ज़्यादा होंदा है, ठीक है जी। तो यदा मतलब की होया कि इत्थे N2 की होगा बेटे ज़्यादा होगा, N2 की वैल्यू की होगी राजे ग्रेटर होगी N1 तो। हुण आपां नूं स्नेल्स लॉ पता है बेटा साइन आई बाय साइन आर हुंदा है, ठीक है जी। उसनूं आपां इवें लिख सकते हैं बेटे N2 बाय N1 लिख सकते हैं, ठीक है जी। तो हुण देखो राजे इसकी वैल्यू ऑलवेज ग्रेटर दैन 1 आऊगी, क्यों? क्योंकि बेटा अगर इत्थे N नूं कोई भी वैल्यू ले लो 5/4 ले लो, 4/2 ले लो, ठीक है जी, 4/2 ले लो सिंपल, तो की होगी 4/2, 2 2 ज़ा 4, 2 आ जाऊगा बेटे ऑलवेज ग्रेटर दैन 1 आऊगी। कोई भी वैल्यू ने एज्यूम कर लो बेटा ऑलवेज ग्रेटर दैन 1 आऊगी। तो इट मीनस साइन आई ग्रेटर दैन साइन आर, साइन नाल साइन बेटे कैंसल आउट कर दो, आई ग्रेटर दैन आर और आर लैस दैन आई। तो हुण इत्थे की है बेटा जो एंगल ऑफ रिफ्रैक्शन है वो लैस दैन आई है, ठीक है जी। हुण किवें राजे, हुण बेटा आपां इसनूं फिगर दे अकॉर्डिंग करते हैं। सपोज कर लो कि इत्थे साडे कोल कोई भी ग्लास स्लैब सीगी, ठीक है जी। हुण इस दे विच उसने कहा कि आर लैस दैन होगा, इत्थे आपां कोई भी नॉर्मल ड्रॉ कर लो। इत्थे आई बेटा रे ऑफ लाइट आई रेयर टू डेंसर आई। हुण बेटे जो एंगल ऑफ रिफ्रैक्शन हुंदा है वो किहड़ा हुंदा है बेटे, जो साडी ये लाइट होंदी इत्थे रिफ्रैक्ट हो जाऊगी राजे, आह वाला एंगल हुंदा साडा आर, ये वाला एंगल हुंदा साडा आई। तो बेटे जे आर घट है तो इहदा मतलब वो की होगा, आह एंगल ज़्यादा होगा, मतलब आह जो स्पेसिंग होगी बेटे वो वाइड होगी, आह जिहड़ी चीज़ होगी बेटे आर होगा ये की होगी घट होगी। जे वो घट होगी तो किधर नूं होगी बेटे इधर नूं ही घट होगी, जे वाइड होगी तो बेटा वो चीज़ एवें नूं जाऊगी, ठीक है जी। अगर ये कंपैरेटिवली वाइड होगी तो इस टाइप में जाऊगी राजे। तो हुण इत्थे की है बेटे आर लैस दैन 1 है, तो यदा मतलब आह वाली स्पेसिंग तो एंगल की है बेटे घट है, आ आई तो की है घट है, तो यदा मतलब की होगा इस नॉर्मल दे वाली साइड नूं ही आऊगी बेटे, तां ही ये एंगल की होगा घट होगा। तो इस करके बेटा जो आर लैस दैन आई इट मीनस एंगल ऑफ रिफ्रैक्टेड मेक्स लैस एंगल विद द नॉर्मल कंपैरेटिवली टू एंगल ऑफ इंसिडेंस made by incident ray with normal as shown in a figure, hence refracted ray bend toward the normal। बेटे अगर वो घट है आ जिन्ना ज़्यादा वाइड एरिया होगा उन्ना ज़्यादा वड्डा एंगल होगा। हुण आपां नूं पता है भी ਇਹਦੀ आई तो की है बेटे घट है, तो वो घट तां ही होगा जे इधर वाली साइड नूं होगा। तो बेटे इत्थों सानूं पता लग गया कि जदों when a ray of light goes from a rarer medium to denser medium always bend toward the normal। आई होप बेटा तुहानूं क्लीयर हो गया होगा। अगर तो नहीं समझ आया तो बेटा यू कैन आस्क योर क्यूरीज। सो सेकेंड केस बेटा व्हेन लाइट गोज फ्रॉम डेंसर मीडियम टू रेयरर, ऑब्वियस है बेटे N1 लैस दैन की होगा राजे N2 होगा, और इत्थे रेशियो ऑलवेज की आऊगी लैस दैन 1 आऊगी। लैस दैन 1 आऊगी तो बेटा साइन आर उधर चला गया, साइन आई लैस दैन की हो गया राजे साइन आर हो गया, साइन नाल साइन कैंसल आउट, इट मीनस आई लैस दैन आर और आई ग्रेटर दैन आर। तो हुण आर अगर ग्रेटर है तो इसका मतलब क्या है बेटे वो अवे फ्रॉम द नॉर्मल है, ठीक है जी। समझ आ गया होगा तुहानूं। तो बेटे इस फिगर दे विच देखो हुण आ इहदे कंपैरेटिवली आह स्पेस और इस स्पेस नूं बेटे कंपेयर करो, ये स्पेस की है ज़्यादा है, ये की है घट है, होनी भी यही चाहिए सीगी क्योंकि आर आपां की किया कि वो ज़्यादा है, तो ज़्यादा तां ही होगा बेटे जिन्ना ज़्यादा नॉर्मल तो दूर जाता जाऊगा उन्ना ज़्यादा बेटे ये एंगल की होगा ज़्यादा होगा। तो इट मीनस व्हेन अ लाइट ray goes from denser to rarer medium always away from bend away from the normal। clear जी। now third case
ਬੇਟਾ ਹੁਣ ਤੱਕ ਆਪਾਂ ਰੀਫ੍ਰੈਕਸ਼ਨ ਦੀ ਗੱਲ ਕਰਦੇ ਆਏ ਤਾਂ ਆਪਾਂ ਓਬਲੀਗਲੀ ਜੋ ਵਰਡ ਸੀਗਾ ਉਹ ਨਾਲ ਯੂਜ਼ ਕੀਤਾ। ਆਪਾਂ ਆਲਵੇਜ਼ ਕਿਹਾ ਕਿ ਰੇ ਆਫ ਲਾਈਟ ਹੈ ਬੇਟੇ ਉਹ ਬੈਂਡ ਫਾਲ ਕਰੂਗੀ ਐਟ ਐਨੀ ਐਂਗਲ। ਹੁਣ ਇੱਥੇ ਬੇਟਾ ਅਸੀਂ ਕੀ ਕਿਹਾ ਕਿ ਜੋ ਰੇ ਆਫ ਲਾਈਟ ਹੈ ਉਹ ਫਾਲ ਕਰੂਗੀ ਪਰਪੈਂਡੀਕੂਲਰ ਟੂ ਦ ਇੰਟਰਫੇਸ ਸੈਪਰੇਟਿੰਗ ਦ ਟੂ ਮੀਡੀਆ, ਕਿ ਅਗਰ ਆਪਣੇ ਕੋਲੇ ਗਲਾਸ ਸਲੈਬ ਹੈ ਬੇਟੇ ਉਸ ਦੇ ਉੱਤੇ ਫਾਲ ਕਰੂਗੀ ਪਰਪੈਂਡੀਕੂਲਰ, ਠੀਕ ਹੈ ਜੀ, ਕੋਈ ਐਂਗਲ ਨਹੀਂ, ਸਿੱਧੀ ਹੀ ਉਹਦੇ 'ਤੇ ਫਾਲ ਕਰ ਰਹੀ ਹੈ। ਤਾਂ ਉਸ ਕੇਸ ਦੇ ਵਿੱਚ ਕੀ ਹੋਊਗਾ ਬੇਟੇ, ਜੋ ਸਾਈਨ ਆਈ ਬਾਈ ਆਰ ਇਕੁਅਲਸ ਟੂ N2/N1 ਹੈਗਾ ਹੀ ਰਾਜੇ, ਔਰ ਅਗਰ ਸਾਈਨ ਆਰ ਦੀ ਵੈਲਿਊ ਫਾਈਂਡ ਕਰਨੀ ਹੋਵੇ ਇਸ ਨੂੰ ਇੱਕ ਸਾਈਡ ਰੱਖ ਲਓ ਬੇਟਾ, ਤਾਂ ਇਹ ਵਾਲੀ ਹੋਲ ਟਰਮ ਸਾਈਨ ਆਈ ਦੇ ਨਾਲ ਆ ਜੂਗੀ, ਅਪੋਜ਼ਿਟ ਹੋ ਜੂਗੀ, ਠੀਕ ਹੈ ਜੀ। ਤਾਂ ਕੀ ਆ ਗਿਆ ਬੇਟੇ N1/N2 ਸਾਈਨ ਆਈ ਸਾਈਨ ਆਰ। ਹੁਣ ਅਗਰ ਬੇਟੇ ਨਾਰਮਲ ਕਰੂਗੀ ਤਾਂ ਉਸ ਦਾ ਬੇਟੇ, ਕਿਉਂਕਿ ਆਪਾਂ ਐਂਗਲ ਆਫ ਇੰਸੀਡੈਂਸ ਕੀ ਲੈਣੇ ਹੁੰਦੇ ਆ, ਐਂਗਲ ਆਫ ਇੰਸੀਡੈਂਸ ਲੈਣੇ ਆ ਬੇਟੇ ਐਂਗਲ ਬਿਟਵੀਨ ਨਾਰਮਲ ਐਂਡ ਇੰਸੀਡੈਂਟਰੀ, ਠੀਕ ਹੈ ਜੀ। ਹੁਣ ਅਗਰ ਬੇਟੇ ਉਹ ਫਾਲ ਹੀ ਇਸ ਨਾਰਮਲ ਦੇ ਉੱਤੇ ਕਰੂਗੀ, ਇਸ ਫਾਲ ਹੀ ਨਾਰਮਲ ਤੇ ਕਰੂਗੀ, ਤਾਂ ਇਟ ਮੀਨਸ ਆਈ ਕੀ ਹੋ ਗਿਆ ਰਾਜੇ, 0 ਹੋ ਗਿਆ। ਤਾਂ ਇੱਥੇ ਪੁੱਟ ਕਰ ਦਿਓ 0, ਤਾਂ ਇਹ ਹੋਲ ਟਰਮ ਕੀ ਹੋ ਜੂਗੀ ਰਾਜੇ, ਸਾਈਨ 0 0 ਹੁੰਦਾ, ਤਾਂ ਇਹਦਾ ਮਤਲਬ ਸਾਈਨ ਆਰ ਕਿਹਦੇ ਇਕੁਅਲ ਆ ਗਿਆ ਰਾਜੇ, 0 ਦੇ ਆ ਗਿਆ। ਸਾਈਨ ਆਰ ਦਾ ਮਤਲਬ ਕਿ ਆਰ 0 ਦੇ ਇਕੁਅਲ ਆ ਗਿਆ। ਦੇਅਰਫੋਰ ਬੇਟਾ ਰੀਫ੍ਰੈਕਟਡ ਰੇ ਟਰੈਵਲ ਅਲੋਂਗ ਦ ਨਾਰਮਲ ਐਂਡ ਹੈਂਸ ਦੇਅਰ ਇਜ਼ ਨੋ ਬੈਂਡਿੰਗ ਆਫ ਲਾਈਟ ਐਜ਼ ਸ਼ੋਨ ਇਨ ਫਿਗਰ। ਫਿਗਰ ਦੇ ਵਿੱਚ ਸ਼ੋ ਕਰਦੇ ਆ ਬੇਟੇ, ਤਾਂ ਇਹਦਾ ਮਤਲਬ ਕੀ ਹੋਇਆ ਬੇਟੇ, ਆਰ ਕੀ ਆ ਗਿਆ, 0 ਹੋ ਗਿਆ। ਤਾਂ ਆਰ ਕੀ ਹੈ ਬੇਟੇ, ਐਂਗਲ ਆਫ ਰੀਫ੍ਰੈਕਸ਼ਨ ਹੈ, ਤਾਂ ਇਟ ਮੀਨਸ ਇੱਥੇ ਕੋਈ ਵੀ ਰੀਫ੍ਰੈਕਸ਼ਨ ਨਹੀਂ ਹੋਈ। ਤਾਂ ਇਸ ਕਰਕੇ ਬੇਟੇ ਆਪਾਂ ਆਲਵੇਜ਼ ਸਪੋਜ਼ ਕਰਦੇ ਹਾਂ, ਆਲਵੇਜ਼ ਉਸ ਵਰਡ ਨੂੰ ਸਪੋਜ਼ ਟੂ ਰਾਈਟ ਡਾਊਨ ਇਨ ਦਾ ਡੈਫੀਨੇਸ਼ਨ ਕਿ ਓਬਲੀਗਲੀ ਕਰਨੀ ਹੈ। ਜਦੋਂ ਹੀ ਓਬਲੀਗਲੀ ਬੇਟਾ ਫਾਲ ਕਰੂਗੀ ਦੈਨ ਦੇਰ ਇਜ਼ ਅ ਪੋਸੀਬਿਲਿਟੀ ਟੂ ਅਕਰ ਦ ਰੀਫ੍ਰੈਕਸ਼ਨ। ਤਾਂ ਬੇਟੇ ਫਿਗਰ ਦੇ ਵਿੱਚ ਦੇਖੋ ਆਈ ਇੱਥੇ 0 ਸੀਗਾ, ਉਹ ਸਿੱਧੇ ਦੇ ਸਿੱਧਾ ਬੇਟੇ ਉਹ ਕੀ ਕਰ ਗਈ, ਆਪਣੇ ਪਾਥ ਨੂੰ ਫੋਲੋ ਕਰ ਗਈ, ਕੋਈ ਵੀ ਰੀਫ੍ਰੈਕਸ਼ਨ ਸੀ, ਕੋਈ ਵੀ ਬੈਂਡਿੰਗ ਆਫ ਲਾਈਟ ਸੀ ਉਹ ਨਹੀਂ ਹੋਇਆ। ਨਾਓ ਫੋਰਥ ਕੇਸ ਬੇਟੇ, ਅਗਰ ਹੁਣ ਬੇਟਾ ਸਪੋਜ਼ ਕਰ ਲਓ ਕੋਈ ਐਸੇ ਦੋ ਮੀਡੀਅਮ ਨੇ ਜਿਨ੍ਹਾਂ ਦਾ ਰੀਫ੍ਰੈਕਟਿਵ ਇੰਡੈਕਸ ਸੇਮ ਹੈ, ਕੋਈ ਵੀ ਹੋ ਸਕਦੇ ਨੇ ਬੇਟੇ ਇਹ ਮੀਡੀਅਮ। ਤਾਂ ਇਸ ਸਿਚੁਏਸ਼ਨ ਦੇ ਵਿੱਚ ਕੀ ਹੋਊਗਾ, ਰੀਫ੍ਰੈਕਸ਼ਨ ਹੋਊਗੀ, ਕਿਵੇਂ ਹੋਊਗੀ, ਨਹੀਂ ਹੋਊਗੀ। ਤਾਂ ਬੇਟੇ ਹੁਣ ਅਗੇਨ ਐਸ ਸਾਈਨ ਆਈ ਬਾਈ ਸਾਈਨ ਆਰ ਇਕੁਅਲਸ ਟੂ N2/N1। ਅਗਰ ਬੇਟੇ ਇਹ ਦੋਨੋਂ ਇਕੁਅਲ ਨੇ ਤਾਂ ਇਹਦਾ ਰੇਸ਼ੀਓ ਇਕੁਅਲਸ ਟੂ 1 ਆ ਜਾਊਗਾ। ਇਹਦਾ ਮਤਲਬ ਰਾਜੇ ਸਾਈਨ ਆਈ ਇਕੁਅਲਸ ਟੂ ਸਾਈਨ ਆਰ ਦੇ ਹੋ ਗਿਆ, ਸਾਈਨ ਨਾਲ ਸਾਈਨ ਬੇਟਾ ਕੈਂਸਲ ਆਊਟ ਹੋ ਗਿਆ, ਇਟ ਮੀਨਸ ਆਈ ਇਕੁਅਲਸ ਟੂ ਆਰ। ਤਾਂ ਬੇਟੇ ਅਗਰ ਆਈ ਇਕੁਅਲਸ ਟੂ ਆਰ ਹੈ ਇਟ ਮੀਨਸ ਦੇਅਰ ਇਜ਼ ਨੋ ਰੀਫ੍ਰੈਕਸ਼ਨ ਟੇਕ ਪਲੇਸ, ਠੀਕ ਹੈ ਜੀ। ਤਾਂ ਦੇਖੋ ਅਗਰ ਦੋਨੋਂ ਹੀ ਇਕੁਅਲ ਨੇ ਬੇਟੇ ਤਾਂ ਦੋਨੋਂ ਕੀ ਨੇ ਇਕੁਅਲ, ਤਾਂ ਉਹ ਕੀ ਹੈ ਬੇਟੇ ਸਿੱਧੀ ਦੀ ਸਿੱਧੀ ਆਊਗੀ, ਇਸ ਟਾਈਪ ਦੇ ਨਾਲ ਆਪਣਾ ਪਾਥ ਹੈ ਫੋਲੋ ਕਰੂਗੀ। ਬਿਕਾਜ਼ ਬੇਟਾ ਆਰ ਜਿਹੜਾ ਸੀ ਆਪਾਂ ਹੁਣ 2 ਕੇਸਿਸ ਫਸਟ ਵਾਲੇ ਕੀਤੇ ਕਿ ਜਾਂ ਤਾਂ ਉਹ ਟੂਵਰਡ ਦਾ ਨਾਰਮਲ ਹੋਊਗੀ ਜਾਂ ਬੈਂਡ ਅਵੇ ਫਰੋਮ ਦਾ ਨਾਰਮਲ ਹੋਊਗੀ। ਤਾਂ ਇਹ ਕਿਸੇ ਵੀ ਕੇਸ ਦੇ ਵਿੱਚ ਆਈ ਇਕੁਅਲਸ ਟੂ ਆਰ ਤਾਂ ਕੀਤਾ ਹੀ ਨਹੀਂ ਬੇਟਾ। ਤਾਂ ਇਹ ਐਂਗਲ ਕੀ ਹੋ ਗਏ, ਸੇਮ ਹੋ ਗਏ। ਸੇਮ ਦਾ ਮਤਲਬ ਕੀ ਹੈ ਕਿ ਉਹ ਜਿਸ ਡਾਇਰੈਕਸ਼ਨ ਦੇ ਵਿੱਚ ਆ ਰਹੀ ਸੀ ਬੇਟੇ ਉਹੀ ਡਾਇਰੈਕਸ਼ਨ ਦੇ ਵਿੱਚ ਚਲੀ ਗਈ। ਤਾਂ ਇਹਦਾ ਮਤਲਬ ਇਹਦੇ ਵਿੱਚ ਕੋਈ ਵੀ ਬੇਟਾ ਬੈਂਡਿੰਗ ਨਹੀਂ ਹੋਈ। ਅਗਰ ਬੈਂਡਿੰਗ ਨਹੀਂ ਹੋਈ ਤਾਂ ਇਟ ਮੀਨਸ ਰੀਫ੍ਰੈਕਸ਼ਨ ਨਹੀਂ ਹੋਈ। ਤਾਂ ਬੇਟੇ ਇਹਦੇ ਆਪਾਂ ਡਿਫਰੈਂਟ ਕੇਸਿਸ ਨੂੰ ਐਜ਼ਿਊਮ ਕੀਤਾ ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ।